सूबे ਦੀਆਂ ਸਿਆਸੀ ਸਰਗਰਮੀਆਂ ਦੇ ਉੱਪਰ ਪੜਤਾਲ ਦੇ ਸਾਡੇ ਇਸ ਖਾਸ ਪ੍ਰੋਗਰਾਮ ਖਬਰ ਪੜਤਾਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸੂਬੇ ਦੀਆਂ ਪ੍ਰਮੁੱਖ ਸਿਆਸੀ ਸਰਗਰਮੀਆਂ ਤੇ। ਚੰਡੀਗੜ੍ਹ ਦੇ ਨਤੀਜਿਆਂ ਦੀ ਗੱਲ ਕਰਾਂਗੇ, ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ 14 ਸੀਟਾਂ ਮਿਲੀਆਂ ਨੇ, ਬੀਜੇਪੀ ਨੂੰ 12 ਸੀਟਾਂ ਮਿਲੀਆਂ ਨੇ, ਕਾਂਗਰਸ ਨੂੰ 8 ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ 1 ਸੀਟ ਮਿਲੀ ਹੈ। ਇਸ ਦੇ ਉੱਪਰ ਐਨਾਲਿਸਿਸ ਕਰਾਂਗੇ। ਉਸ ਤੋਂ ਬਾਅਦ ਕਰਾਂਗੇ ਕਿਸਾਨਾਂ ਨੇ ਜੋ सियासी पार्टी बनाई है उसके की समीकरण बन रहे हैं सूबे दे विच, इस दे बारे भी गलबात करांगे। ते सब तो आखिर दे विच एक झात पावांगे कैप्टन अमरिंदर सिंह बीजेपी अते सुखदेव सिंह ढींडसा दा जो सियासी समझौता सियासी गठजोड़ सूबे दे विच होया है उसके की समीकरण रहन वाले ने, इस दे उपर गलबात करेंगे। सो अज मेरे नाल सिद्धे घर तो ही जुड़े हुए ने साडे सीनियर पत्रकार सुरिंदर डल्ला जी। सो उन्हां दी तबीयत ठीक नहीं है, बीमार चल रहे ने, फिर भी साडे नाल जुड़े हुए ने इस प्रोग्राम दे विच अपने विचार रखण दे लई। डल्ला साहब बहुत बहुत स्वागत है तुहाडा प्रोग्राम दे विच। बहुत धन्यवाद जी, तुहाडा भी और दुनिया भर के पंजाबियों का बहुत बहुत धन्यवाद। सो मैनू लगता है कि थोड़ी जी सेहत ढिली है, पर फिर भी मेरी कोशिश है कि आपां जरूर सारियां गल्लां बातां साझियां करिए। जी डल्ला साहब बहुत बहुत धन्यवाद, तुसीं तबीयत खराब होने के बावजूद भी साडा साथ दिंदे हो, बहुत बहुत धन्यवाद तुहाडा। सब तो वड्डा सवाल, पहला सवाल जिहड़ा मैं रखण जा रहा डल्ला साहब, वो चंडीगढ़ के चोण नतीजिਆਂ ਨੂੰ ਲੈ के है। आम आदमी पार्टी ਦੀਆਂ ਇੰਨੀਆਂ सीटां आउण ਦੀ उम्मीद नहीं की जा रही सी, 14 सीटां आ गईਆਂ ने। उधरों बीजेपी ਦੀਆਂ 12 सीटां आईਆਂ ने, कांग्रेस ਨੂੰ 8 सीटां मिलियां ने, श्रोमणी अकाली दल ਨੂੰ भी 1 सीट मिली है। सो आम आदमी पार्टी के वड्डे आगूआं ने अज ये दावा कर दिता है कि चंडीगढ़ दे विच जिस तरह जित प्राप्त की है, पंजाब दे चोण नतीजे भी इसे तरह के रहने वाले ने। किवें देखते हो डल्ला साहब इन्हां नतीजिਆਂ ਨੂੰ ते आम आदमी पार्टी के आगूआं के बयानां ਨੂੰ? देखो दो चीज़ां ने, मैं बहुत साधारण जी उदाहरण दूंगा जी। एक क्लब क्रिकेट है, क्लब क्रिकेट खेडण तो बाद जी तुसी तुरंत ये कामना करो कि तुसी इंटरनेशनल टूरनामेंट जित जाओगे, ओडा आसान नहीं होता। सो जिहड़ी चंडीगढ़ दे विच चोण होई है ना, ये एक शहर दी चोण है। मैं कहना जिथे 35-37 वार्ड सी। जी जी जे मैं जगदीश जी तुहाडे पंजाब दी गल कर ਲਾਂ ਤੇ ਤੁਹਾਡਾ ਸਭ ਤੋਂ ਵੱਡਾ ਸ਼ਹਿਰ ਖੇਤਰਫਲ ਚ ਮੇਰਾ ਖਿਆਲ ਲੁਧਿਆਣਾ ਹੋਣਾ, ਜਿੱਥੋਂ ਤੁਸੀਂ ਆਉਂਦੇ ਜੀ। ਤੇ ਤੁਹਾਡੇ ਲੁਧਿਆਣੇ ਦੇ ਵਿੱਚ ਵੀ 70 ਵਾਰਡ ਨੇ। ਸੋ ਇੱਥੇ ਵੀ 35-36 ਦੀ VOTING ਪਈ ਹੈ। ਮਤਲਬ ਕਿ ਲੁਧਿਆਣੇ ਸ਼ਹਿਰ ਦੇ ਅੱਧੇ ਹਿੱਸੇ ਦੀਆਂ ਵੋਟਾਂ ਸੀ। ਲੁਧਿਆਣੇ ਸ਼ਹਿਰ ਦੇ ਅੱਧੇ ਹਿੱਸੇ ਦੀਆਂ ਵੋਟਾਂ ਸੀ। ਹੁਣ ਤੁਸੀਂ ਦੇਖੋ ਸਿਮਰਜੀਤ ਬੈਂਸ ਹੈ ਜੀ। ਸਿਮਰਜੀਤ ਬੈਂਸ ਉਹਨਾਂ ਦੇ 2 ਹਲਕੇ ਆਉਂਦੇ ਨੇ। ਲੁਧਿਆਣਾ ਇੱਕ ਆਤਮਨਗਰ ਆਉਂਦਾ, ਉਹ ਵੀ ਸ਼ਹਿਰ 'ਚ ਹੈ। ਇੱਕ ਲੁਧਿਆਣਾ ਸਾਊਥ ਆਉਂਦਾ, ਉਹ ਵੀ ਸ਼ਹਿਰ 'ਚ ਹੈ। ਤੇ 18-19 ਕਾਉਂਸਲਰ ਸਿਮਰਜੀਤ ਬੈਂਸ ਤੇ ਉਹਨਾਂ ਦੇ ਭਰਾ ਬਣਾ ਲੈ ਜਾਂਦੇ ਸੀ ਆਪਣੇ। 18-19 ਕਾਉਂਸਲਰ ਆ ਜਾਂਦੇ ਸੀ ਬੈਂਸ ਭਰਾਵਾਂ ਦੇ, ਲੇਕਿਨ ਉਹ ਸੀਟਾਂ ਕਿੰਨੀਆਂ ਜਿੱਤਦੇ ਸੀ? 2। ਉਹਨਾਂ ਨੇ 5 ਵੀ ਖੜਾ ਕੇ ਦੇਖ ਲੀਆਂ, ਗੱਠਜੋੜ ਵੀ ਕਰਕੇ ਦੇਖ ਲਏ। ਇਹ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਜੀ ਜੀ। ਚੰਡੀਗੜ੍ਹ ਦੇ ਵਿੱਚ ਸਿਰਫ 35 ਸੀਟਾਂ ਜਿਹੜੀਆਂ ਹੋਈਆਂ ਨੇ, 35 ਵਾਰਡ ਹੋਏ ਨੇ। ਇਹ ਪੰਜਾਬ 'ਚ ਕਿਤੇ ਵੀ ਲੈ ਲਓਗੇ, ਇਹ ਮੰਨ ਕੇ ਚੱਲੋ ਕਿ ਪੰਜਾਬ ਦੇ 2 ਵਿਧਾਨ ਸਭਾ ਸੀਟਾਂ ਦਾ ਨਤੀਜਾ ਹੈ। ਤੇ ਪੰਜਾਬ 117 ਵਿਧਾਨ ਸਭਾ ਸੀਟਾਂ ਨੇ। ਚੰਡੀਗੜ੍ਹ ਦੇ ਮਿਊਨਿਸਪਲ ਕਾਉਂਸਲ ਕਾਰਪੋਰੇਸ਼ਨ ਦੀਆਂ, ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਬਹੁਮਤ ਤਾਂ ਲੈ ਹੀ ਨਹੀਂ ਸਕੀ। ਜੀ ਜੀ। 35-36 ਸੀਟਾਂ ਨੇ, 14 ਤੇ ਰਹਿ ਗਏ। 50% ਵੀ ਨਹੀਂ ਲੈ ਸਕੇ ਜੀ। 50% ਵੀ ਨਹੀਂ ਲੈ ਸਕੇ। ਵੋਟ ਪਰਸੈਂਟੇਜ ਚ ਸਭ ਤੋਂ ਹੇਠਾਂ ਹੀ ਹੈ, ਦੂਜੇ ਜਾਂ ਤੀਜੇ ਨੰਬਰ ਤੇ ਹੈ। ਤੇ ਫਿਰ ਐਡੇ ਵੱਡੇ ਸੁਪਨੇ ਪਾਲ ਲੈਣੇ ਕਿ ਇਹ ਤਾਂ ਟ੍ਰੇਲਰ ਸੀ ਤੇ ਫਿਲਮ ਜੀ ਜੀ ਬਾਕੀ ਆ। ਫਿਲਮ ਤਾਂ ਫਲॉप ਹੋ ਚੁੱਕੀ ਹੈ ਪੰਜਾਬ 'ਚ ਪਹਿਲਾਂ ਹੀ। ਕਿਉਂ? 4 MP ਜਿੱਤੇ ਸੀ, ਮੁੜ ਕੇ ਹੁਣ ਇੱਕੋ ਹੀ ਆ, ਭਗਵੰਤ ਮਾਨ ਜੀ। ਹਾਂ, ਭਗਵੰਤ ਮਾਨ ਮੇਨ ਕੀ, ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਬਣਾ ਦੇ ਜੀ, ਉਹ ਗੱਲ ਸਮਝ ਆਉਂਦੀ ਹੈ। ਉਸ ਤੋਂ ਇਲਾਵਾ ਕੀ ਹੈ ਆਮ ਆਦਮੀ ਪਾਰਟੀ? ਪਿੱਛੇ ਜਿੰਨੀਆਂ ਚੋਣਾਂ ਹੋਈਆਂ ਬਹੁਤੀਆਂ ਚ ਜ਼ਮਾਨਤਾਂ ਜ਼ਬਤ ਹੋਈਆਂ। ਚੰਡੀਗੜ੍ਹ ਦੀ ਮਿਊਨਿਸਪਲ ਕਾਰਪੋਰੇਸ਼ਨ ਜਿੱਤਣ ਨਾਲ ਜੀ ਪੰਜਾਬ 'ਚ ਕੋਈ ਫਰਕ ਨਹੀਂ ਪੈਂਦਾ, ਨਾ ਫਰਕ ਪਹਿਲਾਂ ਪਿਆ ਪਿਛਲੇ ਸਾਲ। ਹਾਂ, ਆਮ ਆਦਮੀ ਪਾਰਟੀ ਵਾਲੇ ਖੁਸ਼ ਹੋ ਸਕਦੇ ਆ ਭਾਈ, ਉਹਨਾਂ ਦੀਆਂ 14 ਸੀਟਾਂ ਆ ਗਈਆਂ।
ਜੀ 14 ਸੀਟਾਂ ਆ ਗਈਆਂ ਉਹਨਾਂ ਦੀਆਂ, ਬਹੁਮਤ ਵੀ ਨਹੀਂ ਆਇਆ। ਹੁਣ ਪਤਾ ਨਹੀਂ ਕੀ ਬਣਦਾ, ਕਿਹਦੇ ਨਾਲ ਗੱਠਜੋੜ ਕਰਨਗੇ। ਫਿਰ ਜਿਹੜੀਆਂ ਉੱਥੇ ਵੀ 14 ਆਈਆਂ ਨੇ ਨਾ ਜੀ, ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹੋ ਪ੍ਰੈਸ ਕਾਨਫਰੰਸ ਕਰਕੇ ਇਹ ਵੀ ਦੱਸ ਦਿਓ ਇਹਨਾਂ 14 ਚੋਂ ਕਿੰਨੇ ਕਾਂਗਰਸੀ ਤੁਸੀਂ ਲਏ ਸੀ। ਜੀ ਹੈ ਜਗਦੀਪ ਜੀ? ਜੀ ਬਿਲਕੁਲ। ਡੱਲਾ ਸਾਹਿਬ ਇਹ ਵੀ ਦੱਸ ਦਿਓ ਕਿੰਨੇ ਕਾਂਗਰਸੀ ਸੀ, ਤੇ ਇਹ ਵੀ ਦੱਸ ਦਿਓ ਉਹਦੇ ਚੋਂ ਆਮ ਆਦਮੀ ਕਿੰਨੇ ਨੇ। ਸੋ ਮਸਲਾ ਇਹ ਹੈ ਕਿ ਇੱਕ ਸਟੈਂਡ ਹੋਣਾ ਬਹੁਤ ਜ਼ਰੂਰੀ ਹੈ। ਪੰਜਾਬੀ ਕਿਹਦੇ ਨਾਲ ਖੜਦੇ ਨੇ? ਜਿਹਦਾ ਕੋਈ ਸਟੈਂਡ ਹੋਵੇ ਜੀ, ਇਰਾਦਾ ਹੋਵੇ, ਸਿਧਾਂਤ ਹੋਵੇ, ਪ੍ਰਿੰਸੀਪਲ ਹੋਵੇ। ਫਰਕ ਆਹੀ ਹੈ ਬਸ। ਇਸ ਕਰਕੇ ਮੈਨੂੰ ਲੱਗਦਾ ਇਹਨਾਂ 2-4 ਗੱਲਾਂ ਨਾਲ ਪੂਰੀ ਕਹਾਣੀ ਬਿਆਨ ਹੋ ਜਾਂਦੀ ਹੈ ਕਿ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਜਿੱਤ ਕੇ ਪੰਜਾਬ ਦੀ ਵਿਧਾਨ ਸਭਾ ਜਿੱਤਣ ਦਾ ਸੁਪਨਾ ਨਹੀਂ ਪਾਲਣਾ ਚਾਹੀਦਾ। ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਬਹੁਤ ਮਿਹਨਤ ਕਰਨ ਦੀ ਲੋੜ ਸੀ ਜੀ। ਪਿਛਲੇ 5 ਸਾਲਾਂ 'ਚ ਮੁੱਖ ਮੰਤਰੀ ਦਾ ਚਿਹਰਾ ਤਿਆਰ ਕਰਦੇ, ਆਪਣੇ ਉਮੀਦਵਾਰ ਤਿਆਰ ਕਰਦੇ, ਵਲੰਟੀਅਰ ਤਿਆਰ ਕਰਦੇ। ਦੂਸਰੀਆਂ ਪਾਰਟੀਆਂ ਦੇ ਉਮੀਦਵਾਰ ਲੈ ਕੇ ਜਿੱਤ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਬੀਜੇਪੀ ਵਾਲਿਆਂ ਨੂੰ ਵੀ ਇਹੀ ਉਮੀਦ ਹੈ। ਬੀਜੇਪੀ ਵਾਲੇ ਕਹਿੰਦੇ ਲੈ ਕਾਂਗਰਸੀ ਟੁੱਟ ਕੇ ਆ ਜਾਣਗੇ, ਕਈ ਅਕਾਲੀ ਦਲ ਵਾਲੇ ਟੁੱਟ ਕੇ ਆ ਜਾਣਗੇ ਤੇ ਅਸੀਂ ਪੰਜਾਬ 'ਚ ਸਰਕਾਰ ਬਣਾ ਲਾਂਗੇ। ਬੀਜੇਪੀ ਵਾਲਿਆਂ ਕੋਲ ਵੀ ਉਮੀਦਵਾਰ ਹੈ ਨਹੀਂ 117 ਜਿੱਤਣ ਵਾਲੇ ਜੀ। ਕਿਸਾਨ ਪਾਰਟੀ, ਕਿਸਾਨ ਭਰਾਵਾਂ ਨੇ ਪਾਰਟੀ ਬਣਾਈ ਹੈ, ਮੈਨੂੰ ਉਹਨਾਂ ਨਾਲ ਹਮਦਰਦੀ ਹੈ ਔਰ ਕਿਸਾਨ ਭਰਾਵਾਂ ਦਾ ਮੈਂ ਸਮਰਥਨ ਵੀ ਕਰਦਾ ਜੀ। ਪਰ ਪਾਰਟੀ ਹੁਣੇ ਬਣੀ ਆ ਉਹਨਾਂ ਦੀ। ਉਧਰੋਂ ਚੋਣ ਜ਼ਾਬਤਾ ਲੱਗਣ ਨੂੰ ਖੜਾ, ਉਧਰ ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਸਮਾਜ ਮੋਰਚਾ ਬਣਾਇਆ ਜੀ। ਉਹਦੇ 'ਚ ਵੀ ਮਤਭੇਦ ਨੇ, ਕਈ ਸੰਗਠਨ ਜਗਦੀਸ਼ ਜੀ ਮੰਨਣ ਨੂੰ ਤਿਆਰ ਨਹੀਂ। ਹੁਣ ਇਹਦੇ ਨਾਲ ਹੁੰਦਾ ਕੀ ਹੈ, ਉਹਨਾਂ ਨੂੰ ਛੇਤੀ ਉਮੀਦਵਾਰ ਹੀ ਨਹੀਂ ਲੱਭਣੇ। ਗੱਲ ਤਾਂ ਇਹ ਹੈ ਵੀ ਤੁਸੀਂ ਮੈਦਾਨ 'ਚ ਜਾਣਾ ਕਿਹਦੇ ਨਾਲ ਹੈ। ਭਾਰਤ ਦੀ ਕ੍ਰਿਕਟ ਟੀਮ ਜਦੋਂ ਬਣਦੀ ਹੈ 11 ਪਲੇਅਰ ਹੀ ਖੇਡਣੇ ਹੁੰਦੇ ਆ। ਪੂਰੇ ਮੁਲਕ 'ਚੋਂ 11 ਪਲੇਅਰ ਨਹੀਂ ਲੱਭਦੇ। ਲੈ ਆ ਵਰਲਡ ਕੱਪ ਪਾਕਿਸਤਾਨ ਨਹੀਂ ਹਰਾਤੇ ਸੀ ਐਤਕੀ, ਪਹਿਲਾਂ ਹੀ ਓਵਰ ਕੌਨਫੀਡੈਂਸ ਹੋ ਗਿਆ ਸੀ ਜੀ। ਜ਼ਰੂਰਤ ਨਾਲੋਂ ਵੱਧ ਉਤਸ਼ਾਹ ਨਹੀਂ ਆਪਣੇ ਆਪ 'ਚ ਪੈਦਾ ਕਰਨਾ ਚਾਹੀਦਾ, ਹਉਮੈ ਦੇ ਰੂਪ 'ਚ ਨਹੀਂ ਦਿਖਣਾ ਚਾਹੀਦਾ ਕਿਸੇ ਨੂੰ ਵੀ। ਤਾਂ ਹੀ ਪੋਲੀਟੀਕਲ ਪਾਰਟੀਆਂ ਅੱਗੇ ਵਧਣਗੀਆਂ। ਪੁਰਾਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਔਰ ਅਗਰ ਇਹ ਸਾਰੀਆਂ ਚੀਜ਼ਾਂ ਆਮ ਆਦਮੀ ਪਾਰਟੀ ਕਰ ਲੂ, ਪੁਰਾਣੀਆਂ ਗਲਤੀਆਂ ਤੋਂ ਸਿੱਖ ਚੁੱਕੀ ਹੁੰਦੀ ਜੀ, ਉਮੀਦਵਾਰ ਆਪਣੇ ਵਲੰਟੀਅਰ ਤਿਆਰ ਕੀਤੇ ਹੁੰਦੇ। ਆ ਕਹਿੰਦੇ ਹੁਣ ਹੋਰ ਟਿਕਟਾਂ ਦੇਤੀਆਂ ਅੱਜ। ਸੋ ਇਸ ਕਰਕੇ ਮੈਨੂੰ ਇਹ ਸਥਿਤੀ ਗੁੰਝਲਦਾਰ ਲੱਗਦੀ ਹੈ ਆਮ ਆਦਮੀ ਪਾਰਟੀ ਦੀ। ਹਾਂ, ਆਮ ਆਦਮੀ ਪਾਰਟੀ ਪਿਛਲੀ ਵਾਰੀ 18 ਸੀਟਾਂ ਜਿੱਤੀ ਸੀ ਜਾਂ 20 ਸੀਟਾਂ ਜਿੱਤੀ ਸੀ, ਕਿੰਨੇ ਤਾਂ ਉਹਨਾਂ ਚੋਂ ਚਲੇ ਗਏ। ਅਗਰ ਉਹਨਾਂ ਸੀਟਾਂ ਦੇ ਵਿੱਚੋਂ ਹੀ ਕੁਝ ਸੀਟਾਂ ਆਮ ਆਦਮੀ ਪਾਰਟੀ ਜਿੱਤ ਗਈ, ਇਹ ਬਹੁਤ ਵੱਡੀ ਉਪਲਬਧੀ ਹੋਏਗੀ। ਪਰ ਮੈਨੂੰ ਇਹ ਲੱਗਦਾ ਹੈ ਹਜੇ ਅੱਜ ਦੀ ਸਥਿਤੀ 'ਚ ਆਮ ਆਦਮੀ ਪਾਰਟੀ ਬਹੁਤ ਪੰਜਾਬ ਦੇ ਵਿੱਚ ਪਿੱਛੇ ਹੈ। ਹਾਂ ਠੀਕ ਹੈ, ਅਗਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਆਮ ਆਦਮੀ ਪਾਰਟੀ ਐਲਾਨ ਦੇ ਜੀ, ਫਿਰ ਆਮ ਆਦਮੀ ਪਾਰਟੀ ਦੀ ਸਥਿਤੀ ਥੋੜੀ ਚੰਗੀ ਬਣ ਸਕਦੀ ਹੈ। ਕਿਉਂਕਿ ਭਗਵੰਤ ਮਾਨ ਨੇ ਮਿਹਨਤ ਕੀਤੀ ਹੈ, ਪਾਰਲੀਮੈਂਟ ਦੇ ਵਿੱਚ ਮੁੱਦੇ ਚੁੱਕੇ ਨੇ। ਭਗਵੰਤ ਮਾਨ ਤੇ ਭਰੋਸਾ ਸਾਡੇ ਆਮ ਲੋਕਾਂ ਨੂੰ ਹੈ। ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਆਮ आदमी पार्टी ऐलाने ते गल अगे तुर सकती। जी बिल्कुल, सीधी बात यह है कि ये जीत जो है ये केजरीवाल मॉडल ऑफ गवर्नेंस की जीत है। आज लोगों ने अरविंद केजरीवाल जी के नाम पर मोहर लगाते हुए चंडीगढ़ के लोगों ने रिवायती पार्टियों बीजेपी और कांग्रेस से परेशान होकर एक साफ सुथरी ईमानदार पार्टी को वोट दिया है। जो काम केजरीवाल सरकार ने दिल्ली में करके दिखाया है वही काम चंडीगढ़ के लोग आजमाना चाहते हैं वो अपने शहर में भी देखना। तो ये केजरीवाल मॉडल ऑफ गवर्नेंस की जीत हुई है और मैं साफ तौर पे ये कह सकता हूँ कि ये तो सिर्फ झांकी है, पंजाब अभी बाकी है। जो मूड चंडीगढ़ के लोगों का है वही मूड पंजाब का है। ਨਫ਼ਰਤ ਦੀ ਰਾਜਨੀਤੀ ਨੂੰ ਲੋਕ ਪਸੰਦ ਨਹੀਂ ਕਰਦੇ, ਲੋਕ ਡਿਵੈਲਪਮੈਂਟ ਦੀ ਰਾਜਨੀਤੀ ਨੂੰ ਪਸੰਦ ਕਰਦੇ ਨੇ। ਚੰਡੀਗੜ੍ਹੀਆਂ ਨੇ, ਸੂਝਵਾਨ ਲੋਕਾਂ ਨੇ ਇਹ ਦਿਖਾਤਾ। ਮੈਂ ਚੰਡੀਗੜ੍ਹ ਦੇ ਕੱਲੇ ਵੋਟਰ ਦਾ ਜਿਹੜਾ ਜਦੋਂ ਘਰੋਂ ਚੱਲਿਆ ਬੂਥ ਤੇ ਪਹੁੰਚਿਆ ਵੋਟ ਪਾਉਣ, ਉਹ ਕੱਲਾ ਕਦਮ ਸਾਡੇ ਸਿਰ ਮੱਥੇ। ਔਰ ਜਿੰਨਾ ਵੀ ਚੰਡੀਗੜ੍ਹ ਨੂੰ ਸਿਟੀ ਬਿਊਟੀਫੁਲ ਬਣਾਉਣ ਲਈ ਦੁਬਾਰਾ ਸਿਟੀ ਬਿਊਟੀਫੁਲ ਦਾ ਦਰਜਾ ਜਿਹੜਾ ਉਹ ਵਾਪਸ ਚੰਡੀਗੜ੍ਹ ਦੇ ਸਿਰ ਤੇ ਇਹ ਤਾਜ ਟਿਕਾਉਣ ਲਈ ਜਿੰਨੀ ਵੀ ਐਫਰਟ ਹੋ ਸਕੇ ਅਸੀਂ ਕਰਾਂਗੇ। ਇਮਾਨਦਾਰ ਲੋਕਾਂ ਨੂੰ ਜਿਤਾਇਆ, ਲੋਕਾਂ ਨੇ ਸਾਡੇ ਤੇ ਯਕੀਨ ਕੀਤਾ ਤੇ ਨਾਲ ਹੀ ਚੰਡੀਗੜ੍ਹ ਦੇ ਪੰਜਾਬ ਹੈ ਤੇ ਪੰਜਾਬ ਦੇ ਲੋਕ ਤਾਂ ਪਹਿਲੀ ਮਨ ਬਣਾਈ ਬੈਠੇ ਨੇ ਤੇ ਚੰਡੀਗੜ੍ਹ ਦੀ ਇਸ ਜਿੱਤ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਹੌਸਲਾ ਹੋਊ ਕਿ ਹਾਂ ਆਮ ਆਦਮੀ ਪਾਰਟੀ ਦਾ ਜਿਹੜਾ ਦਰਖਤ ਹੈ ਉਹਦੇ ਤੇ ਹਰੇ ਰੰਗ ਦੇ ਪੱਤਿਆਂ ਦੀ ਜਿਹੜੀ ਗਿਣਤੀ ਹੈ ਉਹ ਵੱਧ ਰਹੀ ਹੈ। ਡੱਲਾ ਸਾਹਿਬ, ਸੰਯੁਕਤ ਸਮਾਜ ਮੋਰਚੇ ਦੀ ਗੱਲ ਵੀ ਕਰ ਲੈਂਦੇ ਆ।
ਹੁਣ ਜਿਹੜੀਆਂ ਸਥਿਤੀਆਂ ਨੇ ਉਹ ਹੋਰ ਜ਼ਿਆਦਾ ਸਪਸ਼ਟ ਨਹੀਂ ਹੋ ਪਾ ਰਹੀਆਂ। ਕਿਸਾਨ ਆਗੂਆਂ ਦਾ ਸਾਥ ਉਹਨਾਂ ਦੇ ਆਪਣੇ ਕਿਸਾਨ ਆਗੂ ਨਹੀਂ ਦੇ ਰਹੇ। ਬਹੁਤ ਸਾਰੀਆਂ ਪਾਰਟੀਆਂ ਕਿਸਾਨਾਂ ਦੀਆਂ ਪੰਜਾਬ ਦੇ ਵਿੱਚ ਅਜਿਹੀਆਂ ਨੇ ਜਿਹੜੀਆਂ ਇਸ ਨਵੇਂ ਬਣੇ ਮੋਰਚੇ ਦਾ ਸਾਥ ਨਹੀਂ ਦੇ ਰਹੀਆਂ। ਦੂਜੇ ਪਾਸੇ ਇਹ ਸੰਭਾਵਨਾਵਾਂ ਵੀ ਜਤਾਈਆਂ ਜਾ ਰਹੀਆਂ ਸਨ ਕਿ ਆਮ ਆਦਮੀ ਪਾਰਟੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਿਆਸੀ ਸਮਝੌਤਾ ਕਿਸਾਨਾਂ ਦੀ ਇਸ ਪਾਰਟੀ ਦਾ ਹੋ ਸਕਦਾ ਹੈ। ਪਰ ਹੁਣ ਆਮ ਆਦਮੀ ਪਾਰਟੀ ਨੇ ਵੀ 15 ਸੀਟਾਂ ਦਾ ਹੋਰ 15 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਅਜਿਹੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਕਿ ਸੰਭਾਵਨਾਵਾਂ ਅੱਗੇ ਜਾ ਕੇ ਬਣ ਰਹੀਆਂ ਨੇ ਸੰਯੁਕਤ ਸਮਾਜ ਮੋਰਚੇ ਦੀਆਂ? ਦੇਖੋ, ਤੁਸੀਂ ਬਹੁਤ ਮਹੱਤਵਪੂਰਨ ਸਵਾਲ ਪੁੱਛਿਆ, ਬਹੁਤ ਜ਼ਿਆਦਾ ਮਹੱਤਵਪੂਰਨ ਸਵਾਲ। ਦੇਖੋ, ਗੱਲਾਂ ਕਈ ਤਰ੍ਹਾਂ ਦੀਆਂ ਚੱਲਦੀਆਂ ਸੀ। ਕਹਿੰਦੇ ਆਪ ਨਾਲ ਗੱਠਜੋੜ ਹੋ ਸਕਦਾ ਹੈ ਜੀ। ਹੁਣ 70-72 ਸੀਟਾਂ ਆਪ ਨੇ ਪਹਿਲਾਂ ਦਿੱਤੀਆਂ ਸੀ, ਕਹਿੰਦੇ ਅੱਜ ਵੀ 15 ਦੀ ਸੂਚੀ ਜਾਰੀ ਕਰਤੀ। ਚਲੋ ਮੰਨ ਲਈਏ ਵੀ 75-80 ਸੀਟਾਂ ਅਗਰ ਆਮ ਆਦਮੀ ਪਾਰਟੀ ਨੇ ਐਲਾਨ ਕੀਤੀਆਂ ਤੇ ਫਿਰ ਗੱਠਜੋੜ ਹੁਣ ਹੋਊਗਾ ਕਿਸ ਆਧਾਰ ਤੇ? ਜੀ, ਅਗਰ ਜਗਦੀਸ਼ ਜੀ 75-80 ਸੀਟਾਂ ਐਲਾਨ ਚੁੱਕੀ ਆਮ ਆਦਮੀ ਪਾਰਟੀ ਤੇ ਫਿਰ ਰਹਿ ਕੀ ਗਿਆ? ਫਿਰ ਤਾਂ 37-38 ਸੀਟਾਂ ਰਹਿ ਗਈਆਂ ਅੱਗੇ। ਜੀ। ਪਰ ਕਿਸਾਨ ਮੋਰਚਾ ਸਾਡੇ ਭਰਾਵਾਂ ਦਾ, ਕਿਸਾਨ ਸਮਾਜ ਮੋਰਚਾ, ਉਹ ਕਹਿੰਦੇ ਅਸੀਂ 117 ਦੀਆਂ 17 ਸੀਟਾਂ ਤੇ ਲੜਾਂਗੇ। ਇਹ ਗੱਲ ਚੰਗੀ ਹੈ। ਅਗਰ ਸੰਯੁਕਤ ਸਮਾਜ ਮੋਰਚਾ 117 ਸੀਟਾਂ ਤੇ ਲੜਦਾ ਹੈ, ਘੱਟੋ ਘੱਟ ਕਿਸਾਨ ਆਪਣੀ ਤਾਕਤ ਦਿਖਾਉਣ ਚ ਸਮਰੱਥ ਹੋਣਗੇ ਔਰ ਅਸੀਂ ਸਾਰੇ ਕਿਸਾਨਾਂ ਦਾ ਸਮਰਥਨ ਦੇਵਾਂਗੇ। ਕਿਸਾਨ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਨਾ ਜਾਣ। ਜਗਦੀਸ਼ ਜੀ, ਅਗਰ ਕਿਸਾਨ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਨਹੀਂ ਜਾਂਦੇ ਜੀ, ਤਾਂ ਵੱਡਾ ਸਮਰਥਨ ਕਿਸਾਨਾਂ ਨੂੰ ਹਾਸਲ ਹੋਊਗਾ, ਇਹ ਮੈਨੂੰ ਭਰੋਸਾ ਹੈ। ਕਿਉਂਕਿ ਫਿਰ ਲੋਕਾਂ ਦੀ ਇੱਕ ਭਰੋਸੇਯੋਗਤਾ ਕਿਸਾਨਾਂ ਤੇ ਹੋਰ ਮਜ਼ਬੂਤ ਹੁੰਦੀ ਹੈ। ਫਿਰ ਅਸੀਂ ਕਵਾਂਗੇ ਸਾਡੀ ਕਿਸਾਨਾਂ ਦੀ ਪਾਰਟੀ ਹੈ। ਜੀ। ਫਿਰ ਅਸੀਂ ਇਹਨਾਂ ਨੂੰ ਪੋਲੀਟੀਕਲ ਪਾਰਟੀ ਨਹੀਂ ਕਵਾਂਗੇ। ਭਾਵੇਂ ਇਹ ਪਾਰਟੀ ਨੇ ਚੋਣਾਂ ਲੜਨੀਆਂ ਨੇ, ਪਰ ਇਹ ਰਵਾਇਤੀ ਪੋਲਿਟਿਕਸ ਨਹੀਂ ਕਰਨਗੇ ਸਾਡੇ ਕਿਸਾਨ। ਫਿਰ ਅਸੀਂ ਕਵਾਂਗੇ ਸਾਡਾ ਸਮਾਜ ਮੋਰਚਾ ਹੈ, ਅਸੀਂ ਕਿਸਾਨਾਂ ਨੂੰ ਜਿਤਾ ਕੇ ਵਿਧਾਨ ਸਭਾ 'ਚ ਭੇਜਣਾ ਹੈ ਤਾਂ ਕਿ ਸਾਡੇ ਮਸਲਿਆਂ ਦੀ ਲੜਾਈ ਲੜਨ। ਜੀ। ਔਰ ਬਿਲਕੁਲ ਇਹ ਵਕਤ ਹੈ ਜਦੋਂ ਸਾਡਾ ਸੰਯੁਕਤ ਸਮਾਜ ਮੋਰਚਾ ਨੂੰ ਚੋਣਾਂ ਦੇ ਵਿੱਚ ਕਿਸੇ ਨਾਲ ਗਠਬੰਧਨ ਨਹੀਂ ਕਰਨਾ। ਉਹਦੇ ਨਾਲ ਕਿਸਾਨਾਂ ਨੂੰ ਵੱਡਾ ਵੋਟ ਬੈਂਕ ਮਿਲੂਗਾ। ਅਗਰ ਕਿਸੇ ਨਾਲ ਵੀ ਸਮਝੌਤਾ ਕਰਦੇ ਨੇ, ਕਾਂਗਰਸ ਨਾਲ ਸਮਝੌਤਾ ਕਰਦੇ ਨੇ, ਉਹ 'ਚ ਵੀ ਨੁਕਸਾਨ ਹੈ। ਅਕਾਲੀ ਦਲ ਨਾਲ ਸਮਝੌਤਾ ਕਰਨਗੇ, ਉਹ 'ਚ ਵੀ ਨੁਕਸਾਨ ਹੈ। ਬੀਜੇਪੀ ਨਾਲ ਕਰਨਗੇ, ਉਹਦੇ 'ਚ ਵੀ ਨੁਕਸਾਨ ਹੈ। ਆਪ ਨਾਲ ਕਰਨਗੇ, ਉਹਦੇ 'ਚ ਵੀ ਨੁਕਸਾਨ ਹੈ। ਕਿਉਂ? ਕਿਉਂਕਿ ਅਗਰ ਕਿਸੇ ਇੱਕ ਧਿਰ ਨਾਲ ਇਹਨਾਂ ਨੇ ਸਮਝੌਤਾ ਕਰ ਲਿਆ ਤੇ ਜਿਹੜੀ ਦਿੱਲੀ 'ਚ ਕੇਂਦਰ ਸਰਕਾਰ ਨਾਲ ਅੰਦੋਲਨ ਚੱਲ ਰਿਹਾ ਹੈ, ਮੰਗਾਂ ਦੇ ਉੱਤੇ ਜ਼ੋਰ ਅਜ਼ਮਾਇਸ਼ ਚੱਲ ਰਹੀ ਹੈ। ਦੇਖੋ, ਹਜੇ 3 ਕਾਨੂੰਨ ਰੱਦ ਹੋਏ ਨੇ, ਉਹ ਨਵੇਂ ਸਿਰਿਓਂ ਬਣਨਗੇ ਕਿਸੇ ਨਾ ਕਿਸੇ ਰੂਪ 'ਚ। ਫਿਰ ਆਉਂਦੇ ਸਮੇਂ 'ਚ ਕੀ ਕਣਕ ਝੋਨਾ ਕੇਂਦਰ ਸਰਕਾਰ ਖਰੀਦੂ, FCI ਖਰੀਦੂ, MSP ਬਣੂ, MSP ਤੇ ਕਾਨੂੰਨ ਬਣੂ, ਪਰਾਲੀਆਂ ਤੇ ਕਾਨੂੰਨ ਬਣੂ, ਕਰਜ਼ਾ ਮਾਫੀ ਸਾਰਿਆਂ ਦੀ ਹੋਊ, DAP ਖਾਦ ਹੋ ਗਈ, ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਸਪਲਾਈ ਸਬਸਿਡੀ ਤੇ ਜਾਰੀ ਰਹੂ ਜੀ। ਮੰਡੀਕਰਨ ਦੀ ਵਿਵਸਥਾ, MSP ਕਿਸਾਨਾਂ ਨੂੰ ਕਿੰਨੇ ਸਮੇਂ ਤੱਕ ਮਰਜ਼ੀ ਮੁਤਾਬਕ ਮਿਲੂ। ਇਹ ਬੜੇ ਮਸਲੇ ਨੇ ਜਿਨ੍ਹਾਂ ਤੇ ਲੜਾਈ ਲੜਨੀ ਹੈ ਕਿਸਾਨਾਂ ਨੇ। ਅਗਰ ਸੰਯੁਕਤ ਸਮਾਜ ਮੋਰਚਾ ਆਪਣੇ ਦਮ ਤੇ ਚੋਣਾਂ ਲੜ ਕੇ ਵਿਧਾਨ ਸਭਾ 'ਚ, ਪਾਰਲੀਮੈਂਟ 'ਚ ਜਾਂਦਾ ਹੈ, ਸਵਾਗਤ ਹੈ। ਅਗਰ ਕਿਸੇ ਦੇ ਨਾਲ ਲੜਨਗੇ ਤੇ ਫਿਰ ਉਹ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਸਾਂਝੀ ਜਦੋਜਹਿਦ ਹੈ ਕੇਂਦਰ ਸਰਕਾਰ ਨਾਲ, ਉਹ ਨਹੀਂ ਹੋ ਸਕਣੀ ਦਿੱਤੀ ਸੀ। ਉੱਥੇ ਬੜੀ ਦਿੱਕਤ ਆਉਣੀ ਹੈ ਫਿਰ ਕਿਸਾਨਾਂ ਨੂੰ। ਔਰ ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਮੈਂ ਕਿਸਾਨਾਂ ਦੇ ਸਮਾਜ ਮੋਰਚੇ ਦੇ ਹੱਕ 'ਚ। ਸੰਯੁਕਤ ਸਮਾਜ ਮੋਰਚਾ ਚੋਣਾਂ ਲੜੇ ਪਰ ਕਿਸੇ ਨਾਲ ਗੱਠਜੋੜ ਨਾ ਕਰੇ। ਦੂਸਰਾ, ਹੁਣ ਆਮ ਆਦਮੀ ਪਾਰਟੀ ਨੇ ਟਿਕਟਾਂ ਬਹੁਤ ਆਪਣੀਆਂ ਵੰਡਤੀਆਂ। ਹੁਣ ਅਗਰ ਗੱਠਜੋੜ ਦੀ ਕੋਈ ਸੰਭਾਵਨਾ ਬਣਦੀ ਵੀ ਆ, ਉਹਦੇ ਨਾਲ ਗਿਣੀਆਂ ਚੁਣੀਆਂ ਸੀਟਾਂ ਦੇ ਉੱਤੇ ਹੀ ਗੱਠਜੋੜ ਹੋਊਗਾ, ਜਿਹਦੇ ਨਾਲ ਮੈਨੂੰ ਲੱਗਦਾ ਹੈ ਕਿ ਫਾਇਦਾ ਘੱਟ, ਨੁਕਸਾਨ ਕਿੰਨਾ ਕੁ ਹੋਊਗਾ ਇਹ ਤਾਂ ਵੋਟਾਂ ਤੋਂ ਬਾਅਦ ਪਤਾ ਲੱਗੂਗਾ। ਫਾਇਦਾ ਘੱਟ ਦਿਖਦਾ ਹੈ। ਜੀ। ਆਹ ਸਥਿਤੀਆਂ ਮੈਨੂੰ ਲੱਗਦੀਆਂ ਨੇ ਜੀ। ਡੱਲਾ ਸਾਹਿਬ, ਬੀਜੇਪੀ ਦੇ ਨਾਲ ਰਸਮੀ ਸਮਝੌਤੇ ਦਾ ਐਲਾਨ ਅੱਜ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਹੁਣਾਂ ਨੇ ਕਰ ਦਿੱਤਾ ਹੈ। ਸੋ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ। ਗਜਿੰਦਰ ਸ਼ੇਖਾਵਤ ਹੁਣਾਂ ਨੇ ਕਿਹਾ ਹੈ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਅਸੀਂ ਮੀਟਿੰਗ ਕਰਾਂਗੇ, ਉਸ ਤੋਂ ਬਾਅਦ ਫੈਸਲਾ ਹੋਊਗਾ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਿੱਖ ਮੁੱਦਿਆਂ ਤੇ ਪੰਜਾਬ ਦੇ ਕੁਝ ਮੁੱਦਿਆਂ ਨੂੰ ਲੈ ਕੇ ਅਸੀਂ ਮੀਟਿੰਗ ਕਰਾਂਗੇ, ਉਸ ਤੋਂ ਬਾਅਦ ਪਾਰਟੀ ਦਾ ਜਿਹੜਾ ਮੈਨੀਫੈਸਟੋ ਆ ਉਹ ਵੀ ਅਸੀਂ ਜਾਰੀ ਕਰਾਂਗੇ, ਇਸ ਗੱਠਜੋੜ ਦਾ ਜਿਹੜਾ ਮੈਨੀਫੈਸਟੋ ਆ। ਕਿਵੇਂ ਦੇਖਦੇ ਹੋ ਡੱਲਾ ਸਾਹਿਬ ਅੱਜ ਦੇ ਇਸ ਗੱਠਜੋੜ ਨੂੰ ਤੇ ਕੀ ਸੰਭਾਵਨਾਵਾਂ ਨੇ ਇਸ ਗੱਠਜੋੜ ਦੀਆਂ? ਦੇਖੋ, ਕੈਪਟਨ ਅਮਰਿੰਦਰ ਸਿੰਘ, ਬੀਜੇਪੀ ਔਰ ਸੁਖਦੇਵ ਢੀਂਡਸਾ ਜੀ,
ਮੈਨੂੰ ਲੱਗਦਾ ਇਹਨਾਂ ਦੇ ਲਈ ਬਹੁਤ ਚੁਣੌਤੀਪੂਰਵਕ ਗੱਲ ਹੈ। ਹਾਂ, ਅਗਰ ਬੀਜੇਪੀ ਕੋਈ ਵੱਡੀ ਸਿਆਸੀ ਢਾਹ ਭੰਨ ਕਰ ਗਈ, ਕਾਂਗਰਸ ਚੋਂ ਲੀਡਰ ਟੁੱਟ ਕੇ ਚਲੇ ਗਏ, ਬੀਜੇਪੀ ਦਾ ਅਕਾਲੀ ਦਲ ਚੋਂ ਟੁੱਟ ਕੇ ਚਲੇ ਗਏ, ਆਮ ਆਦਮੀ ਪਾਰਟੀ ਚੋਂ ਟੁੱਟ ਕੇ ਚਲੇ ਗਏ, ਉਹਨਾਂ ਲੀਡਰਾਂ ਦੇ ਸਹਾਰੇ ਬੀਜੇਪੀ ਸ਼ਹਿਰਾਂ ਦੇ ਵਿੱਚ ਮੁਕਾਬਲੇ ਦੀ ਸਥਿਤੀ 'ਚ ਆਪਣੇ ਆਪ ਨੂੰ ਸੋਚ ਸਕਦੀ ਹੈ, ਪਰ ਸੰਭਾਵਨਾ ਘੱਟ ਲੱਗਦੀ। ਦੂਸਰਾ ਇੱਕ ਇਹ ਫੈਕਟਰ ਹੈ ਜੀ। ਹੁਣ ਦੂਸਰਾ ਫੈਕਟਰ, ਕੈਪਟਨ ਅਮਰਿੰਦਰ ਸਿੰਘ ਵੱਡੇ ਵੱਡੇ ਵਾਅਦੇ ਕੀਤੇ ਸੀ, ਉਹ ਤਾਂ ਫੇਲ ਹੋ ਗਏ ਬੜੇ ਬੁਰੀ ਤਰ੍ਹਾਂ। ਕੈਪਟਨ ਅਮਰਿੰਦਰ ਨੂੰ ਸਾਡੇ ਪੇਂਡੂ ਖੇਤਰਾਂ 'ਚੋਂ ਵੋਟ ਨਹੀਂ ਪੈਣੀ, ਘਰ ਘਰ ਨੌਕਰੀ ਦਾ ਵਾਅਦਾ ਸੀ, ਸਮੁੱਚੀ ਕਿਸਾਨੀ ਦੀ ਕਰਜ਼ ਮਾਫੀ ਦਾ ਵਾਅਦਾ ਸੀ, ਨਸ਼ੇ ਦੇ ਲੱਕ ਤੋੜਨ ਦਾ ਵਾਅਦਾ ਸੀ, ਨਸ਼ਾ ਖਤਮ ਕਰਨ ਦਾ ਵਾਅਦਾ ਸੀ ਇੱਕ ਤਰੀਕੇ ਨਾਲ। ਸੋ ਇਸ ਕਰਕੇ ਸਾਡੇ ਬੜੇ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਖਾਦੀ ਸੀ, ਉਸ ਸਹੁੰ ਨੂੰ ਪੂਰਾ ਨਹੀਂ ਕੀਤਾ। ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਇਹ ਗੱਲ ਭੁੱਲ ਜਾਣਗੇ, ਨਹੀਂ ਭੁੱਲ ਸਕਦੇ ਕਦੇ। ਇਹ ਕੈਪਟਨ ਅਮਰਿੰਦਰ ਲਈ ਚੈਲੰਜ ਰਹਿਣਗੇ। ਸੁਖਦੇਵ ਢੀਂਡਸਾ ਸੰਗਰੂਰ ਦੇ ਵਿੱਚ ਹੀ ਜ਼ਿਆਦਾਤਰ ਸਰਗਰਮ ਰਹੇ ਨੇ, ਕਈ ਵਾਰੀ ਉਹ ਤਾਂ ਆਪ ਪਾਰਲੀਮੈਂਟ ਹਾਰ ਗਏ ਸੀ, ਫਿਰ ਰਾਜ ਸਭਾ ਭੇਜਿਆ ਉਹਨਾਂ ਨੂੰ ਬਾਦਲ ਸਾਹਿਬ। ਹੁਣ ਸੰਗਰੂਰ 'ਚ ਭਗਵੰਤ ਮਾਨ ਦੇ ਹੁੰਦੇ ਨਾ ਕਾਂਗਰਸ ਅੱਗੇ ਨਿਕਲ ਸਕਦੀ, ਨਾ ਅਕਾਲੀ ਦਲ, ਨਾ ਬੀਜੇਪੀ, ਨਾ ਸੁਖਦੇਵ ਢੀਂਡਸਾ ਜੀ, ਨਾ ਕੈਪਟਨ ਅਮਰਿੰਦਰ ਜੀ। ਇਹ ਮੇਰਾ ਹੁਣ ਵੀ ਮੇਰਾ ਓਪੀਨੀਅਨ ਹੈ। ਜਦ ਤੱਕ ਭਗਵੰਤ ਮਾਨ ਸਰਗਰਮ ਨੇ, ਸੰਗਰੂਰ ਦੇ ਲੋਕ ਭਗਵੰਤ ਮਾਨ ਤੇ ਭਰੋਸਾ ਕਰਨਗੇ, ਭਗਵੰਤ ਮਾਨ ਦੇ ਕਹੇ ਮੁਤਾਬਕ ਚੱਲਣਗੇ, ਸੰਗਰੂਰ ਔਰ ਆਲੇ ਦੁਆਲੇ ਦੇ ਲੋਕ। ਇਸ ਕਰਕੇ ਸ਼ਹਿਰਾਂ 'ਚ ਗੁਰਦਾਸਪੁਰ ਸਨੀ ਦਿਓਲ ਨਹੀਂ ਆਇਆ, ਸਾਨੂੰ ਪਤਾ ਜੀ। ਸਨੀ ਦਿਓਲ ਜਿੱਤ ਕੇ ਚਲਾ ਗਏ, ਮੁੜ ਕੇ ਆਏ ਨਹੀਂ। ਹਰਦੀਪ ਪੁਰੀ ਜੀ ਅੰਮ੍ਰਿਤਸਰੋਂ ਹਾਰ ਗਏ ਸੀ, ਉਹ ਕਦੀ ਕਦੀ ਆਉਂਦੇ ਜੀ। ਸੋਮ ਪ੍ਰਕਾਸ਼ ਨੇ ਇੱਕ ਮੰਤਰੀ ਜਿਹੜੇ ਸਰਗਰਮ ਨੇ। ਉਸ ਤੋਂ ਇਲਾਵਾ ਬੀਜੇਪੀ ਦੇ ਕੌਮੀ ਲੀਡਰ ਜ਼ਿਆਦਾ ਸਰਗਰਮ ਨਹੀਂ, ਉਦਾਂ ਵਿਜੇ ਸਾਂਪਲਾ ਸਾਹਿਬ, ਇਹ ਸਾਰੇ ਲੋਕ ਸਰਗਰਮ ਨੇ, ਪਰ ਉਸ ਤਰੀਕੇ ਦਾ ਪੰਜਾਬ ਨੂੰ ਦੇਣ ਨਹੀਂ ਦਿੱਤਾ। ਕਿਸਾਨ ਅੰਦੋਲਨ ਖਤਮ ਕਰਾਉਣ 'ਚ ਪੰਜਾਬ ਬੀਜੇਪੀ ਦੀ ਵੱਡੀ ਭੂਮਿਕਾ ਨਹੀਂ ਦਿਖੀ। ਇਹ ਸਾਰਾ ਅੰਦੋਲਨ ਹੀ ਮੋਦੀ ਸਾਹਿਬ ਨੇ ਖਤਮ ਕੀਤਾ। ਜਦੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਲੱਗਿਆ ਕਿ ਮੇਰੇ ਤੱਕ ਸਾਡੀ ਲੀਡਰਸ਼ਿਪ ਨੇ ਸਹੀ ਗੱਲ ਨਹੀਂ ਪਹੁੰਚਾਈ, ਤੇ ਫਿਰ ਪ੍ਰਧਾਨ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਮੈਂ ਕਿਸਾਨਾਂ ਦੇ ਨਾਲ ਖੜਾ। ਗੁਰਪੁਰਬ ਵਾਲੇ ਦਿਨ ਸਾਡਾ ਬੜਾ ਪਵਿੱਤਰ ਦਿਨ ਸੀ, ਉਹਨਾਂ ਨੇ ਐਲਾਨ ਕਰਤਾ ਵੀ ਅਸੀਂ ਰੱਦ ਕਰਾਂਗੇ। ਸਿਰਫ ਨਰਿੰਦਰ ਮੋਦੀ ਦੇ ਦਮ ਤੇ ਸ਼ਹਿਰਾਂ 'ਚ ਬੀਜੇਪੀ ਮੁਕਾਬਲੇ 'ਚ ਆ ਸਕਦੀ ਹੈ ਤੇ ਆ ਸਕਦੀ ਹੈ ਜੀ। ਹਾਂ, ਇਸ ਕਰਕੇ ਬੀਜੇਪੀ ਆਪਣੇ ਆਪ ਨੂੰ ਮੁਕਾਬਲੇ 'ਚ ਮੰਨ ਸਕਦੀ ਹੈ ਸ਼ਹਿਰੀ ਖੇਤਰਾਂ 'ਚ ਔਰ ਅਰਧ ਪੇਂਡੂ ਖੇਤਰਾਂ 'ਚ। ਕਿਉਂ ਜੀ? ਇੱਕ ਤਾਂ ਹੋ ਗਿਆ ਅਕਾਲੀ ਦਲ, ਇੱਕ ਹੋ ਗਈ ਕਾਂਗਰਸ, ਇੱਕ ਹੋ ਗਈ ਆਮ ਆਦਮੀ ਪਾਰਟੀ, 3 ਹੋ ਗਈਆਂ, ਇੱਕ ਹੋ ਗਈ ਬਸਪਾ, 4 ਹੋ ਗਈਆਂ ਜੀ। 5ਵੀਂ ਹੋ ਗਈ ਸਾਡੇ ਕਿਸਾਨਾਂ ਦੀ ਪਾਰਟੀ, 6ਵੀਂ ਹੋ ਗਈ ਲੋਕ ਇਨਸਾਫ ਪਾਰਟੀ, 6 ਹੋ ਗਈਆਂ ਜੀ। ਫਿਰ 7ਵੀਂ ਹੋ ਗਈ ਢੀਂਡਸਾ ਸਾਹਿਬ ਦੀ ਪਾਰਟੀ, ਫਿਰ ਇੱਕ ਕੈਪਟਨ ਸਾਹਿਬ ਦੀ ਪਾਰਟੀ। ਲਓ 8 ਪਾਰਟੀਆਂ ਹੋ ਗਈਆਂ। ਹੁਣ ਜਦੋਂ 8 ਪਾਰਟੀਆਂ ਦੇ ਵਿੱਚ ਉਮੀਦਵਾਰਾਂ ਦਾ ਮੁਕਾਬਲਾ ਹੋਊਗਾ, ਉਦੋਂ ਕੌਮੀ ਪਾਰਟੀਆਂ 3 ਨੇ ਵੱਡੀਆਂ ਕੌਮੀ ਪਾਰਟੀਆਂ। ਮੈਂ ਆਮ ਆਦਮੀ ਪਾਰਟੀ ਨੂੰ ਹਜੇ ਕੌਮੀ ਨਹੀਂ ਮੰਨਦਾ। ਬਹੁਜਨ ਸਮਾਜ ਪਾਰਟੀ ਕੋਲੇ ਕੌਮੀ ਪਾਰਟੀ ਦਾ ਦਰਜਾ ਹੈ, ਕਾਂਗਰਸ ਕੋਲੇ ਕੌਮੀ ਪਾਰਟੀ ਦਾ ਦਰਜਾ ਹੈ, ਬੀਜੇਪੀ ਕੋਲੇ ਕੌਮੀ ਪਾਰਟੀ ਦਾ ਦਰਜਾ ਹੈ। ਹੁਣ ਅਜਿਹੀ ਸੂਰਤ ਦੇ ਵਿੱਚ ਮੈਂ ਕੱਲ ਵਾਲੀ ਗੱਲ ਤੁਸੀਂ ਕਹੋਗੇ ਮੈਂ ਫਿਰ ਦੁਹਰਾ ਗਿਆ ਜੀ। ਅਗਰ 8 ਪਾਰਟੀਆਂ ਚੋਣਾਂ ਲੜਨਗੀਆਂ ਤੇ ਕਾਂਗਰਸ, ਬੀਜੇਪੀ ਤੇ ਸਾਡੇ ਕਿਸਾਨਾਂ ਦੀ ਪਾਰਟੀ 'ਚ ਪੰਜਾਬ 'ਚ ਮੁਕਾਬਲਾ ਹੋਣਾ। ਅਗਰ ਕਿਸਾਨ ਔਰ ਆਮ ਆਦਮੀ ਪਾਰਟੀ ਵਾਲੇ ਇਕੱਠੇ ਹੋ ਜਾਂਦੇ ਜੀ, ਫਿਰ ਵੀ ਕੁਝ ਸੰਭਾਵਨਾ ਹੈਗੀ ਹੈ, ਕਿਉਂਕਿ ਕਿਸਾਨਾਂ ਨੂੰ ਤਾਂ ਵੋਟ ਪੈਣੀ ਹੈ ਜੀ। ਇਸ ਕਰਕੇ ਇਹ ਸੰਭਾਵਨਾ ਜਿਹੜੀ ਹੈ ਮੈਨੂੰ ਲੱਗਦੀ ਹੈ जगदीश जी अगली चुनाव के मद्देनजर ਹੁਣ तक आज आधिकारिक रूप से तीनों दलों के प्रमुख भारतीय जनता पार्टी के माननीय राष्ट्रीय अध्यक्ष आदरणीय जगत प्रकाश जी नड्डा, आदरणीय गृह मंत्री माननीय अमित शाह जी, आदरणीय कैप्टन साहब अमरिंदर सिंह जी और आदरणीय ढींडसा साहब के बीच में एक लंबी वार्ता और बैठक संपन्न हुई है। और बैठक के बाद में आज इस बात की आधिकारिक घोषणा हम सब लोग मिलकर के कर रहे हैं कि तीनों पार्टियां साथ मिलकर के चुनाव लड़ेंगे। ये तय किया गया है कि सीटों के बंटवारे को लेकर के, संख्या को लेकर के और कौन सी पार्टी लड़ेगी इसको लेकर के
तीनों ही दलों के दो दो प्रतिनिधियों की एक कमेटी बनाई जाएगी। आज नाम तय किए जाएंगे और आने वाले 1-2 दिन के बाद में उसकी बैठक होगी और बैठक में इन सारे विषयों पर विचार करने के साथ साथ में पंजाब से जुड़े हुए विषय, सिखों से जुड़े हुए विषय, कृषि से जुड़े हुए विषय और पंजाब में जो बहुत बड़ा तबका है ओबीसी, उन सब से जुड़े हुए विषय, इन सब विषयों को के ऊपर व्यापक चर्चा करने के बाद में एक मैनिफेस्टो, जॉइंट मैनिफेस्टो इन तीनों दलों का, इस गठबंधन का बनेगा जो हमारे लिए आने वाले चुनाव में चुनाव का आधार होगा। ਅੱਜ ਬੈਠਕ ਸਾਡੀ ਹੋਈ ਸੀ ਜੀ ਅਮਿਤ ਸ਼ਾਹ ਜੀ ਦੇ ਘਰੇ ਔਰ ਉਹਨਾਂ ਦੇ ਨਾਲ ਨੱਡਾ ਸਾਹਿਬ ਵੀ ਸੀਗੇ ਤੇ ਜੇ ਪੰਜਾਬ ਪ੍ਰਭਾਰੀ ਨੇ ਆਪਣੇ ਕੀ ਨਾਂ ਹੈ शिखावत जी वो भी थे, वो भी सीगे और नाल मैं और कैप्टन अमरिंदर सिंह साडा फैसला होया कि इकट्ठी इलैक्शन लड़ांगे। उस लई दो मैंबरां दी कमेटी, 6 मैंबरां दी कमेटी बनूगी, 2 मैंबर असीं देवांगे। वो विनेबिलिटी क्राइटेरिया रखा गया भी किसी नूं ये नहीं होया कि पुरानी पार्टी नूं इन्नियां सीटां दित्तियां। वो कमेटी बैठ के फैसला करेगी कौन किहड़ी सीट जित सकता है, ਕਿਹੜਾ ਕੈਂਡੀਡੇਟ ਹੈ ਜਿਹੜਾ ਜਿੱਤ ਸਕਦਾ, ਉਹ ਕਿਸੇ ਵੀ ਪਾਰਟੀ ਦਾ ਹੋਵੇ। ਉਸ ਤੋਂ ਬਾਅਦ ਅਗਰ ਕਿਤੇ ਨਹੀਂ ਪਹੁੰਚ ਸਕਦੇ ਹੋ ਫਿਰ ਅਸੀਂ ਤਿੰਨੋਂ ਬੈਠ ਸਕਦੇ ਹਾਂ, ਫਿਰ ਅਸੀਂ ਫੈਸਲਾ ਕਰ ਲਾਂਗੇ ਕਿ ਅਗਰ ਕੋਈ ਸੀਟਾਂ ਰਹਿ ਗਈਆਂ ਤਾਂ। ਇਸ ਕਰਕੇ ਸਾਡਾ ਵੀ ਫੈਸਲਾ ਹੋਇਆ। ਬਾਕੀ ਹੋਰ ਅਜੇ ਕੋਈ ਨਵੇਂ ਫੈਸਲੇ ਨਹੀਂ ਹੋਏ। ਕਮੇਟੀ ਦੇ ਕੱਲ੍ਹ ਤੱਕ ਸਾਨੂੰ ਉਮੀਦ ਹੈ ਕੱਲ੍ਹ ਜਾਂ ਪਰਸੋਂ ਤੱਕ ਕਮੇਟੀ ਉਹ ਬਣ ਜਾਏਗੀ। ਜੀ ਡੱਲਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਦੀਆਂ ਪ੍ਰਮੁੱਖ ਸਿਆਸੀ ਖਬਰਾਂ ਦੇ ਉੱਪਰ ਆਪਣੇ ਵਿਚਾਰ ਰੱਖਣ ਦੇ ਲਈ। ਹੁਣ ਆਪਾਂ ਪ੍ਰੋਗਰਾਮ ਖਤਮ ਕਰਦੇ ਹਾਂ ਡੱਲਾ ਸਾਹਿਬ, ਦਰਸ਼ਕਾਂ ਤੋਂ ਇਜਾਜ਼ਤ ਲੈਂਦੇ ਹਾਂ ਜੀ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਮੈਂ ਕੁਝ ਦਿਨ ਪਹਿਲਾਂ ਤੁਹਾਡੇ ਰਾਹੀਂ ਇਹ ਗੱਲ ਪੰਜਾਬ ਦੇ ਲੋਕਾਂ ਤੱਕ ਰੱਖੀ ਸੀ ਕਿ ਕਿਵੇਂ ਇੱਕ ਬਿਲਕੁਲ ਝੂਠੀ, ਬੇਬੁਨਿਆਦ, ਮਨ ਘੜਤ FIR ਬਣਾ ਕੇ, ਜਿਸ FIR ਦੇ ਕੋਈ ਪੈਰ ਨਹੀਂ ਸੀ, ਇੱਕ ਇਹੋ ਜਿਹੇ ਅਫਸਰ ਤੋਂ ਤਿਆਰ ਕਰਾ ਕੇ ਜਿਹਦੀ ਪਰਸਨਲ ਰੰਜਿਸ਼, ਸਟ੍ਰੇਨਡ ਰਿਲੇਸ਼ਨਸ ਇਸ ਪਰਿਵਾਰ ਨਾਲ ਸੀ, ਜਿਹੜਾ ਕੇਸ ਪਿਛਲੇ 3 ਸਾਲ ਤੋਂ ਬੰਦ ਹੋ ਚੁੱਕਿਆ ਸੀ, ਕਿਵੇਂ ਉਹ ਕੇਸ ਨੂੰ ਬਿਨਾਂ ਹਾਇਰ ਕੋਰਟ ਦੀ ਪਰਮਿਸ਼ਨ ਤੋਂ ਖੋਲ ਕੇ ਇੱਕ FIR ਕੀਤੀ ਜਾਂਦੀ ਹੈ। ਤੁਹਾਡੇ ਰਾਹੀਂ ਲੋਕਾਂ ਤੱਕ ਇਹ ਗੱਲ ਗਈ। ਉਸ ਤੋਂ ਬਾਅਦ ਇਸ ਸਰਕਾਰ ਨੇ ਇੱਕ ਜਿਹਨੂੰ ਆਪਾਂ ਕਹੀਏ ਸਲੈਂਡਰ ਕੈਂਪੇਨ ਸ਼ੁਰੂ ਕੀਤਾ, ਸਿਲੈਕਟਿਵ ਲੀਕਸ ਮੀਡੀਆ ਤਾਈਂ ਕਰਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਰੈਪੂਟੇਸ਼ਨ ਨੂੰ ਟਾਰਨਿਸ਼ ਕਰਨ ਵਾਸਤੇ, ਲੋਕਾਂ ਦੇ ਮਨਾਂ ਦੇ ਵਿੱਚ ਇੱਕ ਭਰਮ ਫੈਲਾਉਣ ਵਾਸਤੇ ਕਈ ਸਿਲੈਕਟਿਵ ਰਿਪੋਰਟਾਂ ਲੀਕ ਕੀਤੀਆਂ ਗਈਆਂ। ਉਹਦੇ 'ਚ ਵੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਾਈ ਕੋਰਟ 'ਚ ਪਿਛਲੇ FIR ਦਰਜ ਕਰਨ ਵੇਲੇ ਜਿਵੇਂ ਸਿਲੈਕਟਿਵ ਰਿਪੋਰਟਾਂ ਵਿੱਚ FIR 'ਚ ਪਾਈਆਂ ਗਈਆਂ ਸਾਰੇ ਤੱਥ ਨਹੀਂ ਰੱਖੇ ਗਏ, ਉਸੇ ਤਰ੍ਹਾਂ ਇਹਦੇ 'ਚ ਵੀ ਸਾਰੇ ਤੱਥ ਨਹੀਂ ਰੱਖੇ ਜਾਂਦੇ। ਸਿਆਸੀ ਬਦਲਾਖੋਰੀ, ਇਹ ਪੋਲੀਟੀਕਲ ਵਿੰਡਿਕਟਿਵਨੈਸ, ਇਹ ਲੈਣੇ ਦੇ ਦੇਣੇ ਪੈਣਗੇ ਇਹਨਾਂ ਨੂੰ। ਪੰਜਾਬ ਦਾ ਮਾਹੌਲ ਪਹਿਲਾਂ ਬਹੁਤ ਖਰਾਬ ਹੋਇਆ ਪਿਆ। ਐਂਟੀ ਨੈਸ਼ਨਲ, ਐਂਟੀ ਸੋਸ਼ਲ ਐਲੀਮੈਂਟਸ ਅੰਡਰ ਦ ਪੈਟਰਨੇਜ ਆਫ ਦ ਕਾਂਗਰਸ ਪਾਰਟੀ ਐਂਡ ਇਟਸ ਲੀਡਰਸ਼ਿਪ। ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ, ਕਿਰਪਾ ਕਰਕੇ ਫੋਕਸ ਆਪਦਾ ਉੱਧਰ ਰੱਖੋ ਤੇ ਸਰਕਾਰਾਂ ਬਦਲਣੀਆਂ, ਸਰਕਾਰ ਬਦਲਣੀ ਹੈ, ਦਿਨ ਥੋੜੇ ਰਹਿ ਗਏ। ਇਹ ਸਾਰੀਆਂ ਚੀਜ਼ਾਂ ਦੀ ਨਿਰਪੱਖ ਇਨਕੁਆਇਰੀ ਕਰਾਈ ਜਾਊਗੀ।